ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸ਼ਾ, ਪੁੰਨ ਪੁੰਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਤੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਈਆ ਧਾਮ ਕੇ ਕਾਮ ਤਜੇ ਟਿਗ ਜਾਵੈ, ਹੇਰਤ ਮੂਰਤ ਭਾਵਤੀ ਜੀ ਕੀ। ਬੂਝ ਹੈ ਬੈਨ ਸੰਦੇ ਉਠਾਏ, ਸੁਨੈ ਤਤਕਾਲ ਗਿਰਾ ਮੁਖ ਨੀਕੀ। ਧਾਮ ਕੇ ਕਾਮ ਤਜੇ ਟਿਗ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ। ਸਤਿਗੁਰਾਂ ਦੀ ਪਾਰ ਬਖਸ਼ਿਸ਼ ਮਿਹਰਮਤ ਤਰਸ ਸਦਕਾ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨਿਤਾ ਪ੍ਰਤੀ ਚੱਲ ਰਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰ ਕਥਾ, ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਆਪ ਸਭ ਸਰਵਣ ਕਰਦੇ ਹੋ ਸਮੇਂ 'ਚੋਂ ਸਮਾਂ ਕੱਢ ਕਰਕੇ। ਸੋ ਸਤਿਗੁਰ ਦੀ ਕਿਰਪਾ ਸਦਕਾ ਪਿਛਲੇ ਪ੍ਰਸੰਗ ਅੰਦਰ ਆਪਾਂ ਸਰਵਣ ਕੀਤਾ ਸੀ। ਪਿਤਾ ਕਲਿਆਣ ਚੰਦ ਜੀ ਮਹਿਤਾ ਕਾਲੂ ਜੀ ਆਪਣੇ ਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੌਲਵੀ ਦੇ ਪਾਸ ਮਦਰਸੇ ਦੇ ਵਿੱਚ ਪੜ੍ਹਨ ਵਾਸਤੇ ਲੈ ਕੇ ਜਾਂਦੇ ਨੇ। ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਬਾਲ ਲੀਲਾ ਕਰਦੇ ਕਰਦੇ ਕਿਵੇਂ ਉਸ ਮੌਲਵੀ ਦਾ ਉਸ ਮੁੱਲਾਂ ਦਾ ਉਧਾਰ ਕਰਦੇ ਨੇ,
ਇਹ ਸਾਰਾ ਆਪਾਂ ਪ੍ਰਸੰਗ ਪਿਛਲੇ ਪ੍ਰਸੰਗ ਅੰਦਰ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਾਬਤ ਮੁੱਲਾਂ ਬੜੇ ਪਿਆਰ ਨਾਲ ਮਹਿਤਾ ਕਾਲੂ ਜੀ ਨੂੰ ਕਹਿੰਦਾ ਕਿ ਤੁਹਾਡਾ ਪੁੱਤਰ ਤਾਂ ਬਹੁਤ ਬੁੱਧੀਵਾਨ ਹੈ, ਬੜਾ ਚਤਰ ਹੈ, ਤੇ ਇਹਦੇ ਪੜ੍ਹਨ ਦਾ ਢੰਗ ਤਰੀਕਾ ਵੀ ਬੜਾ ਨਿਰਾਲਾ ਹੈ। 10-10 ਸਾਲ ਦੇ ਬੱਚੇ ਇੱਥੇ ਪੜ੍ਹ ਰਹੇ ਨੇ, ਪਰ ਸਾਰਿਆਂ ਨਾਲੋਂ ਚਤਰ ਤੇ ਸਿਆਣਾ ਤੇ ਬੁੱਧੀਮਾਨ ਹੈ, ਕਿਉਂਕਿ ਫਾਰਸੀ ਜਿਹੜੀ ਮੈਂ ਇਹਨੂੰ ਪੜ੍ਹਾਉਂਦਾ ਹਾਂ, ਔਖੀ ਤੋਂ ਔਖੀ ਫਾਰਸੀ ਬੜੀ ਆਸਾਨੀ ਨਾਲ ਪੜ੍ਹ ਲੈਂਦਾ ਹੈ। ਮੌਲਵੀ ਨੇ ਬੜੇ ਸ਼ਰਧਾ ਭਾਵਕ ਬਚਨ ਮਹਿਤਾ ਕਾਲੂ ਜੀ ਨੂੰ ਕਹਿਣਾ ਕੀਤੇ ਕਿ ਤੁਹਾਡਾ ਬੱਚਾ ਕੋਈ ਆਮ ਸਧਾਰਨ ਬਾਲਕ ਨਹੀਂ, ਇਹ ਤਾਂ ਕੋਈ ਔਲੀਆ ਅਵਤਾਰ ਹੈ, ਇਸ ਦਾ ਕੋਈ ਅੰਤ ਨਹੀਂ, ਇਸ ਦੇ ਲੇਖ ਲੇਖਾ ਰਹਿਤ ਹਨ। ਬੜੀ ਸਿਫਤ ਕੀਤੀ ਮੁੱਲਾਂ ਨੇ ਮਹਿਤਾ ਕਾਲੂ ਜੀ ਦੇ ਕੋਲ। ਮਹਿਤਾ ਕਾਲੂ ਜੀ ਆਪਣੇ ਪੁੱਤਰ ਦੀ ਉਸਤਤ ਸੁਣ ਕੇ ਬੜੇ ਖੁਸ਼ ਹੋਏ, ਤੇ ਫਿਰ ਫਾਰਸੀ ਦੇ ਜਿਹੜਾ ਪੜ੍ਹਾਉਣ ਵਾਲਾ ਮੁੱਲਾ ਸੀ ਉਹਨੇ ਕਿਹਾ ਕਿ ਫਾਰਸੀ ਦੇ ਇਲਮ ਨੂੰ ਜਿਹੜਾ ਬੜਾ ਔਖਾ ਹੈ, ਇਹ ਹੁਣ ਤੁਸੀਂ ਚਿੰਤਾ ਨਹੀਂ ਲੈਣ ਕਰਨੀ, ਛੇਤੀ ਸਿੱਖ ਜਾਣਗੇ। ਤਾਂ ਮਹਿਤਾ ਕਾਲੂ ਜੀ ਵੀ ਪ੍ਰੀਖਿਆ ਲੈਂਦੇ ਨੇ ਤੇ ਬੜੇ ਪੰਡਤਾਂ ਦੇ ਵਾਂਗ, ਬੜੇ ਵੱਡੇ ਵਕਤਾ ਦੇ ਵਾਂਗ ਪ੍ਰੇਮਮਈ ਵਾਕ ਬੋਲਦੇ ਹਨ, ਜਿਵੇਂ ਕਿ ਇੱਕ ਕਾਬਲ ਤੇ ਯੋਗ ਵਿਅਕਤੀ ਜਾਪਦੇ ਹਨ। ਗੁਰੂ ਜੀ ਦੇ ਕਹੇ ਵਾਕਾਂ ਨੂੰ ਬੜੇ ਪ੍ਰੇਮ ਨਾਲ ਸੁਣਦੇ ਨੇ। ਘਰ ਜਾ ਕੇ ਫਿਰ ਜਿਹੜੇ ਵੀ ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਬਚਨ ਸੁਣਦੇ ਨੇ, ਘਰਾਂ ਵਿੱਚ ਜਾ ਕੇ ਉਸਤਤ ਕਰਦੇ ਨੇ, ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਨੇ। ਆਓ ਸਾਰੇ ਮਨੋਂ ਬਿਰਤੀਆਂ ਇਕਾਗਰ ਕਰੋ। ਗਿਆਨ ਦੇਣ ਵਾਲੀ ਕਥਾ, ਮੁਕਤੀ ਦੇਣ ਵਾਲੀ ਕਥਾ, ਦੁੱਖਾਂ ਦਾ ਨਾਸ ਕਰਨ ਵਾਲੀ ਕਥਾ, ਕਿਉਂਕਿ ਮਹਾਰਾਜ ਨੇ ਬਾਣੀ ਅੰਦਰ ਵੀ ਕਿਹਾ ਹੈ, ਸਭ ਤੇ ਉੱਤਮ ਹਰ ਕੀ ਕਥਾ। ਇਹ ਹਰੀ ਦੀ ਕਥਾ ਹੈ। ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਹ ਕਥਾ ਹੈ। ਕਰੋੜਾਂ ਬ੍ਰਹਮੰਡਾਂ ਦੇ ਮਾਲਕ, ਤਖਤਾਂ ਤਾਜਾਂ ਦੇ ਮਾਲਕ, ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਅਮਰ ਕਥਾ ਚੱਲ ਰਹੀ ਹੈ। ਤੇ ਹਿਰਦੇ ਦੀ ਇਕਾਗਰਤਾ ਬਣਾਓ। ਰਸਨਾ ਦੀ ਪਵਿੱਤਰਤਾ ਵਾਸਤੇ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਧਾਮ ਕੇ ਕਾਮ ਤਜੇ ਟਿਕ ਜਾਵੇ, ਹੇਰਤ ਮੂਰਤ ਭਾਵਤੀ ਜੀ ਕੀ। ਲੋਕ ਘਰ ਦੇ ਸਾਰੇ ਕੰਮ ਛੱਡ ਕੇ ਗੁਰੂ ਨਾਨਕ ਜੀ ਪਾਸ ਜਾਂਦੇ ਹਨ ਤੇ ਆਪਣੇ ਮਨ ਭਾਉਂਦੀ ਸੁੰਦਰ ਮੂਰਤੀ ਦੇ ਦਰਸ਼ਨ ਕਰਦੇ ਰਹਿੰਦੇ ਹਨ। ਬੂਝ ਹੈ ਬੈਨ ਸੰਦੇਹ ਉਠਾਏ, ਸੁਨੇ ਤਤਕਾਲ ਗਿਰਾ ਮੁਖ ਨੀਕੇ। ਗੁਰੂ ਜੀ ਦੇ ਬਚਨਾਂ ਨੂੰ ਸਮਝਦੇ ਹਨ ਤੇ ਉਹਨਾਂ ਦੇ ਮੁਖ ਵਿੱਚੋਂ ਨਿਕਲੇ ਹਰ ਵਾਕ ਨੂੰ ਤੁਰੰਤ ਸੁਣਦੇ ਹਨ ਲੋਕ ਬੜੇ ਪਿਆਰ ਨਾਲ। ਹੈ ਅਵਤਾਰ ਰਖਿਓ ਬਹੁ ਲੋਕਨ, ਬ੍ਰਿਧ ਬਦੀ ਸ਼ਰਦਾ ਸੁਧ ਹੀ ਕੇ। ਬਹੁਤ ਲੋਕਾਂ ਨੇ ਵੇਖਿਆ ਕਿ ਕੋਈ ਰੱਬੀ ਅਵਤਾਰ ਹੈ। ਸਾਰਿਆਂ ਦੇ ਸ਼ੁੱਧ ਹਿਰਦੇ ਦੀ ਸ਼ਰਧਾ ਬਹੁਤ ਵੱਧ ਗਈ। ਬੋਲਤ ਬੋਲ ਅਮੋਲ ਅਤੋਲ, ਅਡੋਲਨ ਮਤੀ ਅਡੋਲ ਮਤੀ ਅਹਰਨ ਬਲੀ ਕੇ। ਅਹਰਨ ਵਾਂਗ ਬਲਵਾਨ ਅਮੋਲਕ, ਤੋਲ ਰਹਿਤ ਡੋਲ ਰਹਿਤ ਸ਼ਬਦ ਬੋਲਦੇ ਹਨ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ। ਹਾਂਜੀ। ਦੋਹਰਾ ਲਖਣ ਲਗੇ ਜਬ ਨਰ ਕਲਾ, ਫੇਰਿਓ ਬਹੁਰ ਸੁਭਾਵ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਦੋਂ ਸ਼ਕਤੀ ਕਲਾ ਨੂੰ ਲੋਕ ਜਾਣਨ ਲੱਗ ਪਏ ਨਾ, ਤੇ ਫਿਰ ਮੇਰੇ ਮਾਲਕ ਨੇ ਆਪਣਾ ਸੁਭਾਅ ਥੋੜ੍ਹਾ ਜਿਹਾ ਬਦਲ ਲਿਆ। ਆਪਣੇ ਮਹਾਰਾਜ ਨੇ ਜਾਣ ਲਿਆ ਕਿ ਲੋਕ ਹੁਣ ਤਾਂ ਕਲਾ ਸਮਝਣ ਲੱਗ ਪਏ ਨੇ। ਤਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਵੇਂ ਆਪਣਾ ਸੁਭਾਅ ਬਦਲਦੇ ਹਨ। ਭਏ ਬਾਲ ਅਨਜਾਨ ਸੇ ਕੀਨੋ ਆਪਣੇ ਪਿਛਪਾਵ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪਣਾ ਸੁਭਾਅ ਇਸ ਤਰ੍ਹਾਂ ਬਦਲ ਲਿਆ ਕਿ ਇੱਕ ਅਣਜਾਣ ਬਾਲਕ ਬਣ ਕੇ ਵਿਚਰਨ ਲੱਗੇ, ਕਿ ਜਿਵੇਂ ਕੋਈ ਬਹੁਤ ਅਣਜਾਣ ਜਿਹਾ ਬਾਲਕ ਵਿਚਰਦਾ ਹੋਵੇ। ਸਤਿਗੁਰੂ ਜੀ ਆਪਣੀ ਕਲਾ ਛਪਾਉਣ ਵਾਸਤੇ ਸਤਿਗੁਰਾਂ ਨੇ ਜਾਣ ਲਿਆ ਕਿ ਭਾਈ ਇਹ ਤਾਂ ਹੁਣ ਸਾਡੀ ਕਲਾ ਜਾਣਨ ਲੱਗ ਪਏ ਨੇ।
ਲੋਕ ਤਾਂ ਸਾਨੂੰ ਕਲਾਵਾਨ ਜਾਣਨ ਲੱਗ ਪੈਣਗੇ, ਤੇ ਜਿਹੜਾ ਕਾਰਜ ਵਾਸਤੇ ਅਸੀਂ ਸੰਸਾਰ 'ਤੇ ਆਏ ਹਾਂ ਉਹ ਤਾਂ ਕਾਰਜ ਅਧੂਰਾ ਰਹਿ ਜਾਵੇਗਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣਾ ਸੁਭਾਅ ਹੀ ਬਦਲ ਲਿਆ। ਇੱਕ ਅਣਜਾਣ ਜਿਹਾ ਬਾਲਕ ਬਣ ਕੇ ਵਿਚਰਨ ਲੱਗੇ। ਦੀਨ ਦੁਨੀਆ ਦੇ ਮਾਲਕ ਹੋਈਆ ਪੁਰ ਬਾਹਰ ਜਾਏ ਤਰੇ ਤਰ ਕੈ ਪਟ ਤਾਨ ਸਰੀਰ ਪੈ ਪੌਡੇ ਰਹਿ। ਸਤਿਗੁਰੂ ਸੱਚੇ ਪਾਤਸ਼ਾਹ ਕੀ ਕਰਦੇ ਨੇ? ਹੁਣ ਪਿੰਡ ਤੋਂ ਬਾਹਰ ਚਲੇ ਜਾਂਦੇ ਨੇ। ਇੱਕ ਰੁੱਖ ਹੇਠਾਂ ਕੱਪੜਾ ਤਾਣ ਕੇ ਸਤਿਗੁਰੂ ਜੀ ਲੇਟ ਜਾਂਦੇ ਹਨ। ਨੈ ਬੋਲਤ ਕੋ ਬੁਲਾਵਤ ਹੈ ਨਰ ਬੇਖੁਦ ਅੰਤਰ ਧਿਆਨ ਲਹੈ। ਜੇ ਕੋਈ ਬੁਲਾਵੇ ਤਾਂ ਵੀ ਨਹੀਂ ਮੇਰੇ ਪਾਤਸ਼ਾਹ ਬੋਲਦੇ। ਬੇਖੁਦ ਦੇ ਅਰਥ ਨੇ ਬੇਸੁੱਧ, ਸਮਾਧੀ ਲਾ ਕੇ ਪੈ ਰਹਿੰਦੇ ਹਨ ਸੱਚੇ ਪਾਤਸ਼ਾਹ। ਕਬ ਆਣ ਪਰੈ ਘਰ ਮਾਤ ਉਠਾਵਤ ਤੋ ਪੇ ਉਠੇ ਨਹਿ ਮੌਨ ਗਹੈ। ਜਦ ਕਦੀ ਘਰ ਵਿੱਚ ਲੇਟ ਜਾਂਦੇ ਹਨ ਤਾਂ ਮਾਤਾ ਵੀ ਜਦ ਉਠਾਲਦੇ ਹਨ ਤਾਂ ਉੱਠਦੇ ਨਹੀਂ ਹਨ, ਚੁੱਪਚਾਪ ਪੈ ਰਹਿੰਦੇ ਹਨ। ਕਰੋੜਾਂ ਬ੍ਰਹਿਮੰਡਾਂ ਨੂੰ ਰਸਨਾ ਦੇਣ ਵਾਲੇ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਇਕ ਠੌਰ ਪਏ ਜੁਗ ਬਾਸਰ ਬੀਤੈ ਹੀਰ ਕੇ ਮਾਨਵ ਐਸੇ ਕਹੈ। ਮਹਾਰਾਜ ਜੀ ਨੇ ਹੋਰ ਸੁਭਾਅ ਆਪਣਾ ਦਾ ਥੋੜਾ ਜਿਹਾ ਬਦਲ ਲਿਆ। ਇਸ ਤਰ੍ਹਾਂ ਲੰਮੇ ਪਿਆ ਨੂੰ ਇੱਕ ਦਿਨ 2 ਦਿਨ ਬੀਤ ਗਏ ਤੇ ਮਨੁੱਖ ਵੇਖ ਕੇ ਇੱਕ ਠੌਰ ਪਏ ਜੁਗ ਬਾਸਰ ਬੀਤੇ। ਜੁਗ ਦੇ ਅਰਥ ਨੇ 2, ਬਾਸਰ ਦੇ ਅਰਥ ਨੇ ਰਾਤ। 2 ਰਾਤਾਂ ਬੀਤ ਹੋ ਗਈਆਂ। ਹੀਰ ਕੇ ਮਾਨਵ ਐਸੇ ਕਹੈ। ਜਿਹੜੇ ਮਨੁੱਖ ਵੇਖ ਰਹੇ ਸਨ ਉਹ ਵੇਖ ਵੇਖ ਕੇ ਇਸ ਤਰ੍ਹਾਂ ਕਹਿੰਦੇ ਹਨ। ਥੋ ਮਤਵਾਨ ਵੱਡੋ ਸੁਰਗਿਆਨ ਭਇਓ ਅਨਜਾਨ ਸਕੌਣ ਹੈ ਹੇਤੂ। ਕਹਿੰਦੇ ਬੜੇ ਬੁੱਧੀਮਾਨ ਤੇ ਗਿਆਨਵਾਨ ਸਨ, ਹੁਣ ਅਣਜਾਣ ਜੇ ਬਣ ਗਏ ਹਨ। ਹੁਣ ਇਹਨਾਂ ਨੂੰ ਕੀ ਹੋ ਗਿਆ ਹੈ? ਵੇਖੁਦ ਚੇਤ ਉਦਾਸ ਰਹਿ ਕਛ ਹੋਤ ਭਇਓ ਪ੍ਰਸ਼ਾਵ ਪ੍ਰੇਤੂ। ਬੇਖੁਦ ਪੈ ਰਹਿੰਦੇ ਹਨ, ਮਨ ਵਿੱਚ ਬੜੇ ਉਦਾਸ ਰਹਿੰਦੇ ਹਨ। ਪਰ ਬੈਨ ਹੈ ਬੇਖੁਦ ਚਿੱਤ ਉਦਾਸ ਰਹਿ ਕਛ ਹੋਤ ਭਇਓ ਪਛਤਾਵੋ ਪ੍ਰੇਤੂ। ਪਰਛਾਵੋ ਪ੍ਰੇਤੂ, ਪਰਛਾਵਾਂ ਕਿਸੇ ਦੇ ਪ੍ਰੇਤ ਦਾ, ਭੂਤ ਪ੍ਰੇਤ ਦਾ ਪਰਛਾਵਾਂ ਤਾਂ ਨਹੀਂ ਇਹਨੂੰ ਚੰਬੜ ਗਿਆ। ਕੋਈ ਭੂਤ ਪ੍ਰੇਤ ਤਾਂ ਨਹੀਂ ਚੰਬੜ ਗਿਆ। ਲੋਕ ਇਸ ਤਰ੍ਹਾਂ ਕਿਆਸ ਰਾਈਆਂ ਲਾਉਂਦੇ ਨੇ। ਸੱਚੇ ਪਾਤਸ਼ਾਹ ਜੀ ਨੂੰ ਉਦਾਸ ਵੇਖ ਕੇ ਲੋਕ ਬੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਇਹਨੂੰ ਕੀ ਹੋ ਗਿਆ? ਬੜਾ ਗਿਆਨਵਾਨ ਤੇ ਬੁੱਧੀਵਾਨ ਸੀ, ਇੱਕਦਮ ਇਹਨੂੰ ਕੀ ਹੋ ਗਿਆ ਹੈ? ਮਹਿਤਾ ਕਾਲੂ ਪਟਵਾਰੀ ਦੇ ਪੁੱਤਰ ਨੂੰ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਸੀ, ਹੁਣ ਅਣਜਾਣ ਜੇ ਬਣ ਗਏ ਹਨ। ਇਹਨਾਂ ਨੂੰ ਕੋਈ ਪਰਛਾਵਾਂ ਤਾਂ ਨਹੀਂ? ਬਾਹਰ ਦਾ ਭੂਤ ਪ੍ਰੇਤ ਦਾ ਪਰਛਾਵਾਂ ਤਾਂ ਨਹੀਂ ਹੋ ਗਿਆ? ਹੈ ਅਨੁਮਤ ਦਸ਼ਾ ਦਿਸ਼ ਆਵਤ ਸੋਧ ਨਾ ਦੇਹ ਕੀ ਬਾਹੈ ਨਿਕੇਤੂ। ਮਸਤ ਹਾਲਤ ਵਿੱਚ ਪਏ ਦਿਖਾਈ ਦੇ ਰਹੇ ਹਨ ਤੇ ਘਰ ਬਾਹਰ ਤੇ ਸਰੀਰ ਦੀ ਕੋਈ ਸੁੱਧ ਨਹੀਂ ਹੈ। ਬੈਨ ਭਨੈ ਨੈਣ ਉਘਾਰਤ ਹੀਰ ਕਹਿ ਜੋ ਜਾਨ ਨਾ ਪੇਤੂ। ਫਿਰ ਕੀ ਨਾ ਕੋਈ ਬਚਨ ਬਿਲਾਸ ਕਰਦੇ ਹਨ, ਨਾ ਹੀ ਅੱਖਾਂ ਖੋਲਦੇ ਹਨ। ਸਾਰੇ ਵੇਖ ਕੇ ਕਹਿੰਦੇ ਹਨ ਜਿਹੜੇ ਕਿ ਅਸਲ ਭੇਦ ਨੂੰ ਨਹੀਂ ਜਾਣਦੇ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਅਸਲ ਭੇਦ ਨੂੰ ਜਾਣਦੇ ਨਹੀਂ। ਕਹਿੰਦੇ ਕੋ ਭੂਤ ਪ੍ਰੇਤ ਚੰਬੜ ਗਿਆ ਮਹਿਤਾ ਕਾਲੂ ਦੇ ਪੁੱਤਰ ਨੂੰ। ਹਾਂਜੀ। ਕਾਲੂ ਕੋ ਚਿਤ ਬਦੀ ਸੁਤ ਦੇਖ ਬਸ਼ੇਕ ਉਪਾਏ ਕਰੇ ਸੋ ਬਤਾਇਆ। ਮਹਿਤਾ ਕਾਲੂ ਜੀ ਦੀ ਆਪਣੇ ਪੁੱਤਰ ਨੂੰ ਇਸ ਹਾਲਤ ਵਿੱਚ ਵੇਖ ਕੇ ਬੜੀ ਚਿੰਤਾ ਵਧੀ। ਉਸਨੇ ਸੋਚਿਆ ਇਸ ਦਾ ਕੋਈ ਜ਼ਰੂਰ ਉਪਾਅ ਕਰਨਾ ਚਾਹੀਦਾ ਹੈ। ਫੇਰ ਮਲਾਨੇ ਕੇ ਪਾਸ ਗਇਓ ਸਭ ਨਾਨਕ ਕੋ ਬਿਰਤਾਂਤ ਸੁਨਾਇਆ। ਫਿਰ ਮਹਿਤਾ ਕਾਲੂ ਜੀ ਮਲਾਨੇ ਦੇ ਮਾਲਵੀ ਦੇ ਪਾਸ ਗਏ। ਗੁਰੂ ਨਾਨਕ ਦੇਵ ਜੀ ਬਾਰੇ ਸਾਰੀ ਵਿਥਿਆ ਸੁਣਾਈ। ਹੋਸ਼ ਭਈ ਫਰਵੋਸ਼ ਸਭੈ ਤਹਿ ਕੋ ਬਿਦ ਪਾਰਸੀ ਤੋਹੇ ਪੜਾਇਆ। ਕਹਿਣ ਲੱਗੇ ਕਿਹੋ ਜੀ ਤੂੰ ਪਾਰਸੀ ਪੜ੍ਹਾਈ ਹੈ, ਫਾਰਸੀ ਪੜ੍ਹਾਈ ਹੈ। ਫਾਰਸੀ ਪੜ੍ਹ ਕੇ ਤੇ ਹੋਸ਼ ਵਿੱਚ ਆਉਣਾ ਚਾਹੀਦਾ ਸੀ, ਉਹ ਤਾਂ ਬਿਲਕੁਲ ਬੇਹੋਸ਼ ਹੋ ਗਿਆ ਹੈ ਜਿਸ ਨੂੰ ਤੂੰ ਫਾਰਸੀ ਪੜ੍ਹਾਈ ਹੈ। ਕਿਹੋ ਜਿਹੇ ਤਰੀਕੇ ਨਾਲ ਫਾਰਸੀ ਪੜ੍ਹਾਈ ਜੀ, ਕਿਹੋ ਜਿਹੀ ਫਾਰਸੀ ਪੜ੍ਹਾਈ ਹੈ? ਬਿਲਕੁਲ ਹੋਸ਼ ਭੁੱਲ ਗਏ ਹਨ। ਆਪ ਚਲੋ ਸੁਧ ਲੀਜੀਏ ਹੇਰ ਕੈ ਭੇਵ ਲਖੋ ਕੇ ਪਰੀ ਤਹਿ ਛਾਇਆ। ਆਪ ਮੇਰੇ ਨਾਲ ਚੱਲੋ, ਵੇਖ ਕੇ ਉਸ ਦੀ ਖਬਰ ਲਵੋ। ਇਹ ਵੇਖੋ ਕਿ ਉਸ ਦੇ ਉੱਪਰ ਕਿਤੇ ਭੂਤ ਪ੍ਰੇਤ ਦਾ ਪਰਛਾਵਾਂ ਤਾਂ ਨਹੀਂ ਆ ਗਿਆ। ਹਾਂਜੀ। ਕਾਲੂ ਕੇ ਸੰਗ ਮਲਾਨਾ ਗਇਓ ਜਹੈ ਨਾਨਕ ਜੀ ਤਰ ਪੌੜ ਰਹਿ। ਮਹਿਤਾ ਕਾਲੂ ਜੀ ਦੇ ਨਾਲ ਮੌਲਾਨਾ ਜੀ ਉੱਥੇ ਚਲੇ ਗਏ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਧਰਤੀ ਤੇ ਪਏ ਹੋਏ ਸਨ। ਧਰਤੀ ਨੂੰ ਆਸਰਾ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ
ਕੋਟ ਬ੍ਰਹਮੰਡ ਕੋ ਠਾकुर स्वामी सर्व जिया का दाता रे प्रतिपाले नित सार संभाले गुणी मूर्ख जाता रे। ऐसे सच्चे पातशाह दीन दुनिया ਦੇ ਮਾਲਕ ਜਿੱਥੇ ਧਰਤੀ ਤੇ ਪਏ ਹੋਏ ਹਨ ਸਾਰੀ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਾਨ ਸਮਝਾਨ ਸਰੀਰ ਕੇ ਉਪਰ ਬੇਗਮ ਹੀ ਅਵਨੀ ਪੈ ਅਹੈ। ਉਹਨਾਂ ਨੇ ਸਰੀਰ ਤੇ ਚਾਦਰ ਲਈ ਹੋਈ ਸੀ ਤੇ ਜ਼ਮੀਨ ਤੇ ਅਚਿੰਤ ਪਏ ਹੋਏ ਸਨ ਦੀਨ ਦੁਨੀਆ ਦੇ ਮਾਲਕ। ਮਾਨਵ ਆਣ ਭਏ ਇਕੱਠੇ ਬਹੁ ਬੈਨ ਸੁਨੇ ਸ਼ਰੁਤ ਐਸੇ ਚਹੈ। ਉਥੇ ਕਈ ਮਨੁੱਖ ਆ ਕੇ ਇਕੱਠੇ ਹੋ ਗਏ ਖਾਮੋਸ਼ ਅਤੇ ਜਹੀ ਸੁਰਤ ਵਿੱਚ ਉਹਨਾਂ ਨੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਵੇਖਿਆ। ਫੇਰ ਹੈਰਾਨ ਸਮਾਨ ਤਬੈ ਮਨ ਹੋਏ ਹੈਰਾਨ ਸੁਵਾਕ ਕਹੈ। ਅਜਿਹੀ ਹਾਲਤ ਵੇਖ ਕੇ ਬਹੁਤ ਹੈਰਾਨ ਹੋਏ ਤੇ ਇੰਨੇ ਪਰੇਸ਼ਾਨ ਹੋ ਗਏ ਕਿ ਬੋਲ ਰਹਿਤ ਹੋ ਗਏ। ਬੇਤਾ ਜਾਏ ਕੈ ਮਲਾਨੇ ਨੇ ਦੁਆਏ ਕਰੀ ਬੈਸ ਟਿਕ ਤੁਮ ਪਰ ਮਿਹਰ ਸੋ ਪਰਵਦਗਾਰ ਕੀ। ਮੌਲਾਨਾ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੈਠ ਗਏ। ਸੱਚੇ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਬੇਨਤੀ ਕੀਤੀ ਇਸ ਤਰ੍ਹਾਂ ਮੌਲਾਨਾ ਜੀ ਨੇ, ਕਿਉਂਕਿ ਮੌਲਾਨਾ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕਲਾ ਨੂੰ ਜਾਣਨ ਲੱਗ ਪਿਆ ਸੀ। ਪਰਵਤਗਾਰ ਨੇ ਤੁਹਾਡੇ ਤੇ ਬਹੁਤ ਮਿਹਰ ਕੀਤੀ ਹੈ, ਤੁਹਾਨੂੰ ਵਿਸ਼ੇਸ਼ ਸ੍ਰੇਸ਼ਟ ਬੁੱਧੀ ਦਿੱਤੀ ਹੈ, ਇਹ ਬੇਨਤੀ ਕੀਤੀ ਮੌਲਾਨੇ ਨੇ। ਹਾਂਜੀ ਬੈਸ ਲਗ ਮਾਹੇ ਪਈ ਸੇ ਮੁਖੀ ਵਸੇਖ ਤਬ ਗਿਰਾ ਮੁਖ ਮਾਦਰੀ ਸਭਨ ਹਿਤਕਾਰ ਕੀ। ਕਹਿੰਦੇ ਸੁੰਦਰ ਮੁਖੜਾ ਤੇ ਮਿੱਠੇ ਬੋਲ ਦੇ ਹੇਤੂ ਹਨ। ਤੁਹਾਡਾ ਸੁਭਾਅ ਬੜਾ ਸ਼ੋਭਨੀਕ ਹੈ ਜਿਹੜਾ ਪ੍ਰੇਮ ਨਾਲ ਭਰਿਆ ਪਿਆ ਹੈ। ਸ਼ੋਭ ਹੈ ਸੁਭਾਉ ਪਰਿਓ ਭਾਉ ਸੋ ਸਭਨ ਸੰਗ ਵਧੇ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ। ਸਾਰਿਆਂ ਦੇ ਨਾਲ ਤੁਹਾਡਾ ਮੇਲ ਮਿਲਾਪ ਹੈ ਤੇ ਤੁਹਾਡੇ ਜਹੇ ਤੇਜ ਪ੍ਰਤਾਪ ਦੀ ਗਤੀ ਬੜੀ ਵਿਸਤ੍ਰ ਹੈ। ਆਨੰਤ ਤੂਸ਼ਨ ਕੋ ਕਾਰਨ ਹੈ ਕੌਣ ਪਨੋ ਹੀਰ ਤੁਮੇ ਤਾਤ ਸੁਧ ਤਜੀ ਘਰ ਬਾਰ ਕੀ। ਕਹਿੰਦੇ ਤੁਹਾਡੇ ਇਸ ਤਰ੍ਹਾਂ ਖਾਮੋਸ਼ ਤੇ ਚੁੱਪਚਾਪ ਰਹਿਣ ਦਾ ਕੀ ਕਾਰਨ ਹੈ। ਮੌਲਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ, ਤੁਹਾਡੀ ਇਹ ਹਾਲਤ ਵੇਖ ਕੇ ਤੁਹਾਡੇ ਪਿਤਾ ਨੂੰ ਘਰ-ਬਾਰ ਦੀ ਸਾਰੀ ਸੁੱਧ ਭੁੱਲ ਗਈ ਹੈ। ਭਾਵ ਇੱਕੋ ਇੱਕ ਪੁੱਤਰ ਹੈ ਤੇ ਉਹ ਵੀ ਤੂਸ਼ਨ ਚੁੱਪ ਕਰਕੇ ਲੇਟਿਆ ਰਹਿੰਦਾ ਹੈ। ਦੋਹਰਾ ਮਸਟ ਕਰੀ ਨਾਨਕ ਤਬੈ ਦਇਓ ਨਾ ਉਤਰ ਕੋਏ। ਪਿਆਰ ਨਾਲ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਸਤ ਰਹੇ ਤੇ ਮੌਲਾਨੇ ਦੀ ਗੱਲ ਦਾ ਕੋਈ ਨਾ ਉੱਤਰ ਦਿੱਤਾ ਜੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ ਦੀਨ ਭਇਓ ਮੁੱਲਾ ਹਿਰਦੇ ਬਹੁਰੋ ਬਚਨ ਬਗੋਏ। ਮੁੱਲਾ ਹਿਰਦੇ ਵਿੱਚ ਬੜਾ ਅਧੀਰ ਹੋ ਗਿਆ ਤੇ ਫਿਰ ਆਖਿਆ ਭਈਆ ਆਏ ਖਰੇ ਨਰ ਪਾਸ ਜਿਤੇ ਤਬ ਬੈਨ ਸੁਨੇ ਮਨ ਚਾਹੇ ਇਹੀ। ਆਖਿਆ ਜਿੰਨੇ ਵੀ ਵਿਅਕਤੀ ਇੱਥੇ ਹਨ ਤੁਹਾਡੇ ਲਾਗੇ ਆ ਖੜੇ ਹੋਏ ਨੇ, ਤੁਹਾਡੇ ਮੁਖ ਤੋਂ ਬਚਨ ਸੁਣਨਾ ਚਾਹੁੰਦੇ ਨੇ। ਸੱਚੇ ਪਾਤਸ਼ਾਹ ਆਨੰਦ ਤੇ ਨੇ ਬੋਲ ਤਹੋਂ ਬਾਚੋ ਹੋਤ ਰੰਜ ਹਿਰਦੇ ਸਭ ਹੀ। ਉਹ ਆਏ ਹਨ ਤੇ ਤੁਹਾਡੇ ਮੁਖ ਤੋਂ ਕੋਈ ਬਚਨ ਨਾ ਸੁਣ ਕੇ ਹਿਰਦੇ ਵਿੱਚ ਬੜੇ ਦੁਖੀ ਹੋ ਰਹੇ ਹਨ। ਮੋਹੇ ਕਹੇ ਤੁਮ ਬੋਲੋ ਥੋਰ ਸਾ ਮਾਨੀ ਹੈਰਾਨੀ ਸੋ ਕੈਸੇ ਕਹੀ। ਕਹਿੰਦੇ ਮੇਰੇ ਕਹਿਣ ਤੇ ਥੋੜਾ ਜਿਹਾ ਬੋਲੋ, ਥੋੜੇ ਜਿਹੇ ਰਸਨਾ ਤੋਂ ਵਚਨ ਪ੍ਰਕਾਸ਼ ਕਰੋ। ਇਹ ਦੱਸੋ ਕਿ ਕਿਉਂ ਇੰਨੀ ਹੈਰਾਨੀ ਮੰਨੀ ਬੈਠੇ ਹੋ, ਕਿਉਂ ਉਦਾਸ ਹੋਏ ਬੈਠੇ ਹੋ ਸੱਚੇ ਪਾਤਸ਼ਾਹ। ਹੇਤ ਖੁਦਾਏ ਉਠੋ ਇੱਕ ਬਾਰ ਉਚਾਰ ਕਰੋ ਉਰ ਜੈਸੇ ਅਹੀ। ਇੱਕ ਵਾਰ ਰੱਬ ਦਾ ਵਾਸਤਾ ਪਾਇਆ, ਰੱਬ ਦਾ ਵਾਸਤਾ ਮੌਲਵੀ ਨੇ ਆਖਿਆ ਰੱਬ ਦੇ ਵਾਸਤੇ ਉਠੋ, ਖੁਦਾ ਦੇ ਵਾਸਤੇ ਉਠੋ। ਹੇਤ ਖੁਦਾਏ ਉਠੋ ਇੱਕ ਬਾਰ ਉਚਾਰ ਕਰੋ ਉਰ ਜੈਸੇ ਅਹੀ। ਤੁਹਾਡੇ ਹਿਰਦੇ ਵਿੱਚ ਜੋ ਆਉਂਦਾ ਹੈ ਨਾ ਬਚਨ ਸੁਣਾਓ। ਖੁਦਾ ਦਾ ਵਾਸਤਾ ਹੈ, ਤੁਹਾਨੂੰ ਰੱਬ ਦਾ ਵਾਸਤਾ ਹੈ। ਅੜਿਲ ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਭਇਓ। ਗੁਰੂ ਜੀ ਦੇ ਜਦ ਸੁਣਿਆ ਨਾ ਕਿ ਮੁੱਲਾ ਬਹੁਤ ਦੀਨ ਹੋ ਗਿਆ ਹੈ। ਹਾਂਜੀ ਬਹੁਰੋ ਹੇਤ ਖੁਦਾਏ ਨਾਮ ਮੁਖ ਤੇ ਕਹਿਓ। ਉਹ ਹੁਣ ਖੁਦਾ ਦੇ ਨਾਂ ਦਾ ਵਾਸਤਾ ਦੇ ਕੇ ਉੱਠਣ ਵਾਸਤੇ ਕਹਿ ਰਿਹਾ ਹੈ। ਦੋਨੋਂ ਚਸ਼ਮ ਖੁਸ਼ਾਦ ਨਿਸਤ ਸਤਹਿ ਸਮੋਹੇ। ਉਹਨਾਂ ਨੇ ਦੋਵੇਂ ਆਪਣੇ ਨੇਤਰ ਖੋਲੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੇ ਦਾਤੇ ਗਰੀਬ ਨਵਾਜ਼ ਸਤਿਗੁਰਾਂ ਨੇ ਆਪਣੇ ਦੋਨੋਂ ਨੇਤਰ ਖੋਲ ਕੇ ਕੀ ਕੀਤਾ। ਬੋਲੇ ਰਾਗ ਤਲੰਗ ਸ਼ਬਦ ਜੋ ਦੁਖ ਦਹੇ। ਫਿਰ ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਰਾਗ ਤਲੰਗ ਦਾ ਮਹਾਰਾਜ ਜੀ ਨੇ ਸ਼ਬਦ ਉਚਾਰਿਆ। ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਆਪਣੀ ਅਵਸਥਾ ਬਿਆਨ ਕੀਤੀ। ਤਿਲੰਗ ਮਹੱਲਾ ਪਹਿਲਾ ਸ਼੍ਰੀ ਮੁਖ ਵਾਕ। ਹਾਂਜੀ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਆਖਿਆ ਮੌਲਾਨਾ ਜੀ ਦੁਨੀਆ ਇੱਕ ਨਾਸ਼ਵੰਤ ਟਿਕਾਣਾ ਹੈ,
ਫਾਨੀ ਤੋਂ ਭਾਵ ਨਾਸ਼ਵੰਤ ਟਿਕਾਣਾ। ਇਸ ਨੂੰ ਆਪਣੇ ਮਨ ਵਿੱਚ ਸੱਚ ਕਰਕੇ ਜਾਣੋ ਕਿ ਦੁਨੀਆ ਨਾਸ਼ਵੰਤ ਹੈ। ਹਾਂਜੀ, ਹਮਸਰ ਮੂਏ ਅਜ਼ਰਾਇਲ ਗ੍ਰਿਫਤ ਹੈ, ਦਿਲ ਹੀਚ ਨਾਦਾਨੀ। ਮੌਤ ਦੇ ਦੂਤ ਅਜ਼ਰਾਇਲ ਫਰਿਸ਼ਤੇ ਨੇ ਮੈਨੂੰ ਵਾਲਾਂ ਤੋਂ ਫੜਿਆ ਹੋਇਆ ਹੈ, ਪਰੰਤੂ ਆਪਣੇ ਦਿਲ ਵਿੱਚ ਮੈਨੂੰ ਇਸ ਦਾ ਜਰਾ ਵੀ ਪਤਾ ਨਹੀਂ ਹੈ। ਹਾਂਜੀ, ਚੌਪਈ ਜੇ ਮਮ ਦਸ਼ਾ ਚਾਹੋ ਤੁਮ ਜਾਨਾ। ਮੌਲਵੀ ਜੀ, ਜੇ ਤੁਸੀਂ ਮੇਰੀ ਇਸ ਹਾਲਤ ਬਾਰੇ ਜਾਣਨਾ ਚਾਹੁੰਦੇ ਹੋ ਕਉ ਸ਼ਰੁਤ ਕੇ ਕਰ ਸੁਨ ਮੌਲਾਨਾ। ਤਾਂ ਕੰਨ ਖੋਲ ਕੇ ਧਿਆਨ ਨਾਲ ਸੁਣੋ ਕੀ ਕਹਿ ਰਹੇ ਸੱਚੇ ਪਾਤਸ਼ਾਹ। ਸ੍ਰੀ ਪਰਮੇਸ਼ਵਰ ਨਾਮ ਜੋ ਲੀਨੋ, ਜਿਹੜਾ ਪਰਮੇਸ਼ਰ ਦਾ ਨਾਮ ਲਿਆ ਹੈ ਨਾ, ਹਾਂਜੀ, ਜਾਤੇ ਤੁਮ ਸੋ ਉੱਤਰ ਦੀਨੋ। ਮੈਂ ਮੈਂ ਉਸ ਕਾਰਨ ਤੁਹਾਨੂੰ ਉੱਤਰ ਦੇਣ ਲੱਗਾ, ਨਹੀਂ ਤਾਂ ਮੈਂ ਬੋਲਣਾ ਨਹੀਂ ਸੀ। ਜਿਹੜਾ ਤੁਸੀਂ ਪਰਮੇਸ਼ਰ ਜੀ ਦੇ ਨਾਮ ਦਾ ਵਾਸਤਾ ਪਾਇਆ ਹੈ ਨਾ, ਮੈਂ ਪਰਮੇਸ਼ਰ ਜੀ ਦੇ ਨਾਮ ਦਾ ਸਤਿਕਾਰ ਕਰਦਾ, ਉਹਦੇ ਨਾਮ ਦੀ ਬਰਕਤ ਹੈ, ਤਾਂ ਮੈਂ ਤੁਹਾਨੂੰ ਉੱਤਰ ਦੇਣ ਲੱਗਾ। ਕੰਨ ਖੋਲ ਕੇ ਧਿਆਨ ਨਾਲ ਸੁਣੋ। ਜੋ ਮਨ ਸਮਝਿਓ ਦੁਨੀ ਮੁਕਾਮੋ। ਜੇ ਤੂੰ ਇਹ ਸਮਝਦਾ ਹੈ ਕਿ ਦੁਨੀਆ ਹੀ ਤੇਰਾ ਪੱਕਾ ਮੁਕਾਮ ਹੈ, ਸੋ ਜਾਨੋ ਝੂਠੋ ਬਿਨ ਨਾਮੋ। ਫਿਰ ਇਸ ਨੂੰ ਬਿਨਾਂ ਸ਼ੱਕ ਝੂਠ ਸਮਝੋ। ਹਰ ਚੰਦੌਰੀ ਪੁਨ ਘਰ ਛਾਇਆ। ਹਰੀ ਚੰਦ ਨਗਰੀ ਭਾਵ ਭੁਲੇਖੇ ਦੀ ਨਗਰੀ ਬੱਦਲ ਦੀ ਛਾਂ ਵਾਂਗ ਹੈ, ਸੁਪਨਾ ਜਿਉ ਬਾਜੀ ਕਰਮਾਇਆ। ਜਿਹੜੀ ਬਹੁਤ ਥੋੜਾ ਸਮਾਂ ਰਹਿੰਦੀ। ਦੁਨੀਆ ਇੱਕ ਸੁਪਨੇ ਵਾਂਗ ਹੈ, ਜਿਵੇਂ ਬਾਜੀਗਰ ਆਪਣਾ ਝੂਠਾ ਜਾਦੂ ਵਿਖਾ ਕੇ ਲੋਕਾਂ ਨੂੰ ਛਲਦਾ ਹੈ ਨਾ, ਤੇ ਜਿਵੇਂ ਸੁਪਨਾ ਰਾਤ ਨੂੰ ਆਉਂਦਾ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰਜਾ ਗਈ ਵਿਹਾਏ ਧੰਦੇ ਧਾਇਆ, ਪੂਰਨ ਭੈ ਨਾ ਕਾਮ ਮੋਇਆ ਮਾਇਆ, ਕਿਆ ਵਿਚਾਰਾ ਜੰਤ ਜਾ ਆਪ ਲਾਇਆ। ਇਹ ਸੁਪਨਾ ਹੈ। ਇਹ ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਬਾਜੀਗਰ ਜਿਵੇਂ ਕਿ ਝੂਠਾ ਜਿਹਾ ਛਲ ਲੋਕਾਂ ਨੂੰ ਜਾਦੂ ਵਿਖਾ ਕੇ ਛਲਦਾ ਹੈ ਨਾ, ਇਹ ਬਾਜੀਗਰ ਦੀ ਇੱਕ ਬਾਜੀਗਰ ਦੀ ਮਾਇਆ ਦੀ ਤਰ੍ਹਾਂ ਹੈ। ਲਾਖੇ ਨਸਾਜ ਕਰੇ ਜੋ ਗਹਾਵਾ। ਜਿਹੜਾ ਇਸ ਦੁਨੀਆ ਨੂੰ ਸੱਚੀ ਮੰਨ ਕੇ ਇਸ ਵਿੱਚ ਫਸ ਜਾਂਦਾ ਹੈ, ਅੰਤ ਕਾਲ ਤੇ ਹੋਏ ਪਛਤਾਵਾ। ਫਿਰ ਅੰਤ ਕਾਲ ਸਮੇਂ ਉਹ ਪਛਤਾਵਾ ਹੁੰਦਾ ਹੈ, ਉਸ ਨੂੰ ਪਛਤਾਉਂਦਾ ਹੈ, ਝੂਰਦਾ ਹੈ। ਜੋ ਜਾਣੇ ਇਹ ਮਿਥਿਆ ਪਾਸੀ। ਜਿਹੜਾ ਦੁਨੀਆ ਨੂੰ ਮਿਥਿਆ ਸਮਝਦਾ ਹੈ, ਹਾਂਜੀ, ਸੋ ਤਿਨ ਕੇ ਨ ਹੋਏ ਉਹ ਵਿਜਵਾਸੀ। ਇਸ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ। ਅੰਤੇ ਜਗਤ ਪਦਾਰਥ ਪ੍ਰੀਤਾ। ਇਸ ਜਗਤ ਵਿੱਚ ਕੇਵਲ ਪਦਾਰਥ ਨਾਲ ਪ੍ਰੀਤ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਜਗਤ ਵਿੱਚ ਕੇਵਲ ਪਦਾਰਥ ਨਾਲ ਪ੍ਰੀਤ ਹੈ। ਹਉ ਨਾ ਕਰੋ ਜੇ ਹੋਏ ਬੇਪ੍ਰੀਤਾ। ਜਿਹੜਾ ਦੁਨਿਆਵੀ ਪਦਾਰਥਾਂ ਨਾਲ ਪ੍ਰੀਤ ਨਹੀਂ ਕਰਦਾ, ਉਸ ਵਿੱਚ ਹਉਮੈ ਮਰ ਜਾਂਦੀ ਹੈ, ਉਸ ਵਿੱਚੋਂ ਹਉਮੈ ਚਲੀ ਜਾਂਦੀ ਹੈ। ਤਾਂ ਤੇ ਜਗਤ ਪਦਾਰਥ ਪ੍ਰੀਤਾ, ਹਉ ਨਾ ਕਰੋ ਜੇ ਹੋਏ ਬੇਪ੍ਰੀਤਾ। ਹਾਂਜੀ, ਸਿਰ ਪਰ ਡਰ ਨਿਤ ਅਜਰਾਈਲਾ। ਸਿਰ ਉੱਤੇ ਹਮੇਸ਼ਾ ਇਜ਼ਰਾਈਲ ਫਰਿਸ਼ਤੇ ਦਾ ਡਰ ਬਣਿਆ ਰਹਿੰਦਾ ਹੈ, ਜਿਹੜਾ ਮੌਤ ਦਾ ਫਰਿਸ਼ਤਾ ਹੈ। ਹਾਂਜੀ, ਲੈ ਜਾਵੇ ਸੋ ਬਿਨ ਢੀਲਾ। ਜਿਹੜਾ ਕਿਸੇ ਢਿੱਲ ਜਾਂ ਦੇਰੀ ਤੋਂ ਬਗੈਰ ਫੜ ਕੇ ਲੈ ਜਾਂਦਾ ਹੈ, ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਹੀ। ਇਹ ਮੌਤ ਦਾ ਫਰਿਸ਼ਤਾ ਹੈ ਅਜ਼ਰਾਈਲ। ਅਜ਼ਰਾਈਲ ਫਰਿਸ਼ਤੇ ਦੇ ਡਰ ਰਹਿੰਦਾ ਹੈ, ਜਿਹੜਾ ਕਿਸੇ ਢਿੱਲ ਜਾਂ ਦੇਰੀ ਤੋਂ ਬਗੈਰ ਫੜ ਕੇ ਲੈ ਜਾਂਦਾ ਹੈ। ਹਸ ਡਰ ਧਾਰ ਕਰ ਹੋਂ ਉਰਮਾਹੀ। ਜਿਹੜਾ ਅਜਿਹਾ ਡਰ ਦਿਲ ਵਿੱਚ ਧਾਰ ਕੇ ਭਵ ਸਾਗਰ ਕਿਉਂ ਪਾਰ ਨਹੀਂ ਹੁੰਦਾ, ਕਿਉਂ ਨਹੀਂ ਉਹ ਇਸ ਤਰ੍ਹਾਂ ਦਾ ਡਰ ਹਿਰਦੇ ਵਿੱਚ ਧਾਰਦਾ ਕਿ ਮੇਰੇ ਜਿਹੜੇ ਕੇਸ ਨੇ, ਵਾਲ ਜਿਹੜੇ ਇਜ਼ਰਾਈਲ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ। ਮਮਸਰ ਮੂਏ ਇਜ਼ਰਾਈਲ ਗ੍ਰਿਫਤ ਹੈ, ਦਿਲ ਹੇਚ ਨਾ ਦਾਨੀ। ਪਰ ਜਿਹੜਾ ਅਜਿਹਾ ਡਰ ਹਿਰਦੇ ਵਿੱਚ ਰੱਖੇਗਾ, ਭਵ ਸਾਗਰ ਤੋਂ ਪਾਰ ਕਿਉਂ ਨਹੀਂ ਹੁੰਦਾ। ਹਰ ਕਿਸੇ ਨੂੰ ਇਹ ਡਰ ਦਿਲ ਵਿੱਚ ਧਾਰ ਕੇ ਰੱਖਣਾ ਚਾਹੀਦਾ ਹੈ। ਹਾਂਜੀ, ਭਾਵ ਵਿਵਹਾਰ ਹੋਤ ਹਿਤ ਨਾਹੀ। ਫਿਰ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ ਜਿਹੜਾ ਡਰ ਨਹੀਂ ਰੱਖੇਗਾ ਹਿਰਦੇ ਵਿੱਚ। ਬਿਸਮਿਓ ਮਨ ਇਮ ਸੁਨਤ ਮਲਾਨਾ। ਮੌਲਾਨਾ ਗੁਰੂ ਜੀ ਦੇ ਬਚਨ ਸੁਣ ਕੇ ਬੜਾ ਖੁਸ਼ ਹੋਇਆ। ਹਾਂਜੀ, ਸ੍ਰੀ ਗੁਰ ਸੋ ਪੁਨ ਬਚਨ ਬਖਾਨਾ। ਫਿਰ ਗੁਰੂ ਜੀ ਨੂੰ ਉਸਨੇ ਬਚਨ ਕਹੇ ਬੇਨਤੀ ਦੇ ਰੂਪ ਵਿੱਚ। ਅਬ ਲਓ ਤੁਮਰੀ ਬਾਲਕ ਬੈਸਾ। ਆਖਿਆ ਸਤਿਗੁਰੂ ਜੀ ਤੁਹਾਡੀ ਉਮਰ ਬਹੁਤ ਛੋਟੀ ਹੈ, ਬਚਨ ਉਚਾਰਤ ਹੋ ਮੁਖ ਪਰ ਕੈਸਾ। ਤੁਸੀਂ ਗੱਲਾਂ ਕਿਸ ਤਰ੍ਹਾਂ ਸਿਆਣਿਆਂ ਵਾਂਗ ਉਚਾਰ ਰਹੇ ਹੋ। ਹਮਸੇ ਬ੍ਰਿਧ ਆਰ ਬਲ ਬੀਤੀ। ਅਸੀਂ ਤਾਂ ਬੁੱਢੇ ਹੋ ਗਏ, ਸਾਡੀ ਕਿੰਨੀ ਉਮਰ ਬੀਤ ਗਈ ਹੈ। ਹਾਂਜੀ, ਤਿਨ ਕੋ ਚਾਹੀਤ ਹੈ ਅਸਰੀਤੀ। ਸਾਡੀ ਉਮਰ ਦੇ ਲੋਕਾਂ ਨੂੰ ਐਸੀਆਂ ਮੌਤ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਮਰਨ ਮੁਰਨ ਦੀਆਂ, ਇਜ਼ਰਾਈਲ ਫਰਿਸ਼ਤੇ ਦੀਆਂ। ਤੁਹਾਡੀ ਤਾਂ ਉਮਰ ਹੀ ਬੜੀ ਛੋਟੀ ਹੈ,
ਸਾਡੇ ਵਰਗੇ ਬੁੱਢਿਆਂ ਨੂੰ ਅਜਿਹੀਆਂ ਗੱਲਾਂ ਕਰਨੀਆਂ ਬਣਦੀਆਂ ਨੇ, ਸ਼ੋਭਾ ਦਿੰਦੀਆਂ ਨੇ, ਤੁਹਾਡੇ ਵਰਗੇ ਬੱਚਿਆਂ ਨੂੰ ਨਹੀਂ। ਹਾਂਜੀ। ਬਾਲਕ ਲੀਲਾ ਔਰ ਧਰੀਏ, ਹੁਣ ਬਾਲ ਲੀਲਾ ਨੂੰ ਹਿਰਦੇ ਵਿੱਚ ਧਾਰਨ ਕਰੋ। ਏਕ ਫਿਕਰ ਕੋ ਜ਼ਿਕਰ ਨਾ ਕਰੀਏ, ਵਿਦਵਾਨਾਂ ਵਾਲੀਆਂ ਬਹੁਤੀਆਂ ਗੱਲਾਂ ਨਾ ਕਰੋ। ਕਰਨ ਹੋਏ ਤਨ ਮਨ ਤਾ ਸੰਗਾ, ਜਵਾਨ ਹੋ ਕੇ ਇਸਤਰੀ ਦਾ ਸੰਗ ਕਰੋ। ਸੁਖ ਭੋਗੋ ਕਰ ਹਿਰਦੈ ਉਮੰਗਾ, ਹਿਰਦੇ ਦੀਆਂ ਉਮੰਗਾਂ ਅਨੁਸਾਰ ਸੁਖ ਭੋਗੋ। ਸੱਚੇ ਪਾਤਸ਼ਾਹ ਅਸਵਦ ਬਿਰਧ ਹੋਏ ਕਰ ਕੀਜੈ, ਇਸ ਤਰ੍ਹਾਂ ਦੇ ਬਜ਼ੁਰਗ ਹੋ ਕੇ ਤੁਸੀਂ ਕੀ ਕਰਨਾ ਹੈ? ਤੁਸੀਂ ਪਹਿਲਾਂ ਹੁਣ ਇਸ ਤਰ੍ਹਾਂ ਦੇ ਬਜ਼ੁਰਗ ਹੋ ਕੇ ਤੁਸੀਂ ਕੀ ਕਰਨਾ ਹੈ? ਕੀ ਕਰੋਗੇ? ਅਵਸਨ ਬੰਧਨ ਕੋ ਸੁਖ ਦੀਜੈ, ਹੁਣ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਸੁਖ ਦੇਵੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਸ੍ਰੀ ਨਾਨਕ ਸੁਨ ਕਰ ਹਿਤ ਬਾਨੀ, ਹਾਂਜੀ। ਸ੍ਰੀ ਨਾਨਕ ਸੁਨ ਕਰ ਤਹਿ ਬਾਨੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੀ ਵਿਮੁਖਤਾ ਵਾਲੀ ਸ਼ਬਦਾਵਲੀ ਸੁਣ ਕੇ, ਜੋ ਬੇਮੁਖਤਾ ਪਦ ਕਰ ਸਾਨੀ, ਜਿਹੜੀ ਬੇਮੁਖਤਾ ਵਾਲੀ ਮੌਲਾਨੇ ਦੀ ਬਾਣੀ ਸੀ ਨਾ, ਬਚਨ ਸੁਣ ਕੇ ਜੋ ਬੇਮੁਖਤਾ ਨਾਲ ਮਿਲੀ ਜੁਲੀ ਹੋਈ ਗੱਲਬਾਤ ਸੀ, ਸੁਣੀ ਸੱਚੇ ਪਾਤਸ਼ਾਹ ਜੀ ਨੇ। ਬੋਲੇ ਪਰਮ ਮਨੋਹਰ ਬਚਨਾ, ਉਹਨਾਂ ਪਰਮ ਮਨੋਹਰ ਬਚਨਾਂ ਦਾ ਉਚਾਰਨ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜਿਨਵੇਂ ਉਪਦੇਸ਼ੈ ਕੀ ਰਚਨਾ, ਜਿਹੜੇ ਸਾਰੇ ਉਪਦੇਸ਼ਾਂ ਨਾਲ ਭਰੇ ਹੋਏ ਸਨ ਸੱਚੇ ਪਾਤਸ਼ਾਹ ਜੀ ਦੇ ਬਚਨ। ਜੋ ਤੂੰ ਲਖੇ ਆਰ ਬਲ ਸਾਰੀ, ਸਤਿਗੁਰੂ ਜੀ ਕਹਿਣ ਲੱਗੇ, ਮੌਲਾਨਾ ਜੀ, ਜੋ ਕੋਈ ਤੂੰ ਸਾਰੀ ਉਮਰ ਵਿੱਚ ਜਾਣਿਆ ਹੈ, ਬਿਨਾ ਭਜਨ ਇਹ ਜਾਤ ਬਿਕਾਰੀ, ਇਹ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਬੇਕਾਰ ਹੈ। ਹਾਂਜੀ। 100 ਬਰਖ ਆਰ ਬਲ ਪ੍ਰਾਨੀ, ਜੇ ਇਨਸਾਨ ਦੀ 100 ਸਾਲ ਉਮਰ ਹੋ ਜਾਵੇ, ਜੇ ਜੀਵੇ ਤਿਨ ਕਹੋ ਕਹਾਣੀ, ਫਿਰ ਸਦਾ ਇਸ ਤਰ੍ਹਾਂ ਉਹ ਜਿਉਂਦਾ ਹੈ। ਹਾਂਜੀ। ਇਸ ਦੀ ਕਹਾਣੀ ਮੈਂ ਦੱਸਦਾ ਹਾਂ। ਜੇ 100 ਸਾਲ ਉਮਰ ਹੋ ਜਾਵੇ ਬੰਦੇ ਦੀ, ਫਿਰ ਜਿਸ ਤਰ੍ਹਾਂ ਉਹ 100 ਸਾਲ ਦੀ ਉਮਰ ਭੋਗ ਕੇ ਜਿਉਂਦਾ ਹੈ ਨਾ, ਇਹ 100 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਂ ਦੱਸਦਾ। ਇਹ ਕੇਵਲ ਤੇ ਕੇਵਲ ਮੌਲਾਨੇ ਨੂੰ ਮਹਾਰਾਜ ਬਚਨ ਨਹੀਂ ਕਹਿ ਰਹੇ, ਇਹ ਸਾਡੇ ਭਲੇ ਵਾਸਤੇ ਵੀ ਬਚਨ ਕਹੇ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ। ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਬਚਨ ਨੇ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾ ਰਹੇ ਨੇ, ਭਾਈ ਸੰਤੋਖ ਸਿੰਘ ਜੀ ਦੀ ਰਚਨਾ ਵਿੱਚ ਦਰਜ ਨੇ। ਆਖਰ ਸੁਣੋ, 100 ਸਾਲ ਜਿਹੜੀ ਆਰਬਲ ਹੁੰਦੀ ਹੈ ਨਾ ਮਨੁੱਖ ਦੀ, ਜਿਸ ਤਰ੍ਹਾਂ ਜਿਉਂਦਾ 100 ਸਾਲ ਭੋਗਦਾ, ਮੈਂ ਕਹਾਣੀ ਦੱਸਦਾ ਹਾਂ। ਅਰਧ ਨੀਂਦ ਬਸ ਕਰਤਿਓ ਸੈਨਾ, ਅੱਧੀ ਉਮਰ ਉਹ ਸੁੱਤਿਆਂ ਹੀ ਬਿਤਾ ਦਿੰਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਗੁਜ਼ਰ ਗਏ ਲਖੀਏ ਨਿਜ ਨੈਨਾ, ਅਤੇ ਇਸ ਬੀਤ ਰਹੀ ਉਮਰ ਉਹ ਆਪਣੀ ਅੱਖੀਂ ਵੇਖਦਾ ਹੈ। ਗੁਜ਼ਰ ਗਏ ਲਖੀਏ ਨਿਜ ਨੈਣਾ, ਅੱਧੀ ਉਮਰ ਜਿਹੜੀ ਸੁੱਤਿਆਂ ਮਨੁੱਖ ਦੀ ਬੀਤ ਜਾਂਦੀ ਹੈ। ਗਰੀਬ ਨਵਾਜ਼ ਸਤਿਗੁਰ ਦੀ ਪਾਵਨ ਬਾਣੀ ਅੰਦਰ ਵੀ ਦਰਜ ਹੈ। ਸੱਚੇ ਪਾਤਸ਼ਾਹ ਕਹਿੰਦੇ, ਫਰੀਦਾ 4 ਗਵਾਇਆ ਹੰਡ ਕੇ 4 ਗਵਾਇਆ ਸਮ। 4 ਪੈਰ ਸੌਂ ਕੇ ਗਵਾ ਲਏ, 4 ਪੈਰ ਸੰਸਾਰ ਦੇ ਧੰਦੇ ਧੇੜਿਆਂ ਦੇ ਵਿੱਚ ਗਵਾ ਲਏ। ਲੇਖਾ ਰੱਬ ਮਗੇਸੀਆ ਤੁਆਂ ਹੋ ਘੇਰੇ ਕੰਮ। ਗੁਰੂ ਨਾਨਕ ਸਾਹਿਬ ਜੀ ਕਹਿੰਦੇ 100 ਸਾਲ ਦੀ ਉਮਰ ਦੇ ਵਿੱਚੋਂ 50 ਸਾਲ ਤਾਂ ਮਨੁੱਖ ਦੇ ਸੁੱਤਿਆਂ ਹੀ ਬੀਤ ਜਾਂਦੇ ਨੇ, ਸੁੱਤਿਆਂ ਹੀ। ਹਾਂਜੀ। 15 ਬਰਖ ਤੀਕ ਅਣਜਾਨਾ, 15 ਸਾਲ ਦੀ ਉਮਰ ਤੱਕ ਅਣਜਾਣ ਬਾਲਪਣੇ ਵਿੱਚ ਵਿਹਾਰ ਦਿੰਦਾ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ ਵੀ 10 ਬਾਲ ਤਨ 20 ਸ਼ਰਵਣ ਤੀਸਾ ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੁਰ ਹੋਏ 85, 60 ਕੇ ਬੜੇ ਪਾਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ। ਨਵੇਂ ਕਾ ਸਹਿਜ ਆਸਣੀ, ਸਹਿਜ ਆਸਣੀ ਭਾਵ ਸਹਿਜ ਦੇ 90 ਸਾਲ ਦੀ ਉਮਰ 'ਚ ਸਹਿਜ ਦੇ ਆਸਣ ਬਣਾ ਲੈਂਦਾ ਹੈ। ਮੂਲ ਨਾ ਜਾਣੇ ਅਪ ਬਲ। ਅਨੇਕਾਂ ਪ੍ਰਕਾਰ ਦੇ ਮਹਾਰਾਜ ਜੀ ਨੇ ਪ੍ਰਮਾਣ ਗੁਰਬਾਣੀ ਅੰਦਰ ਦਿੱਤੇ ਨੇ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ 15 ਸਾਲ ਤਾਂ ਜਾਣਪੁਣੇ ਬਾਲਪੁਣੇ ਵਿੱਚ ਵੀ ਵਿਹਾ ਦਿੰਦਾ ਹੈ। ਲੋਚਨ ਦਿਖੇ ਨਾ ਸਰੋਣ ਸੁਨੈ ਹੈ, ਫਿਰ ਬਾਲਪਨੇ ਮੈਂ ਕਰੀ ਬਿਹਾਨਾ। 15 ਬਰਖ ਤੀਕ ਅਣਜਾਨਾ, ਬਾਲਪਨੇ ਮੈਂ ਕਰੀ ਬਿਹਾਨਾ। ਫਿਰ ਹਾਂਜੀ 80 ਬਰਖੇ ਤੇ ਜੋ ਵਧੈ ਹੈ, ਜੇ ਉਮਰ ਵੱਧ ਕੇ 80 ਸਾਲ ਦੀ ਹੋ ਜਾਂਦੀ ਹੈ, ਲੋਚਨ ਦਿਖੇ ਨਾ ਸਰੋਣ ਸੁਨੈ ਫਿਰ ਹੈ। ਅੱਖਾਂ ਤੋਂ ਕੁਝ ਨਹੀਂ ਦਿਸਦਾ ਤੇ ਕੰਨ ਕੁਝ ਨਹੀਂ ਸੁਣਦੇ। ਫਿਰ ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ, ਅੱਖਾਂ ਦੇਖਣੀਆਂ ਬੰਦ ਹੋ ਜਾਂਦੀਆਂ ਨੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਗਰੀਬ ਨਵਾਜ਼ ਸਤਿਗੁਰੂ ਜੀ ਬਾਣੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਤੇ ਤਰਸ ਕਰਕੇ ਸਾਨੂੰ ਸਮਝਾਉਂਦੇ ਨੇ। ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸ ਲੀਨ।
ਕਹਿੰਦੇ 80 ਵਰਖ ਦੀ ਉਮਰ ਵਿੱਚ ਅੱਖਾਂ ਤੋਂ ਦਿਸਣਾ ਬੰਦ ਹੋ ਜਾਂਦਾ ਹੈ, ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ। ਦੋਹਰਾ ਵਿਆਕੁਲਤਾ ਇੰਦਰੀਨ ਕੀ ਸੁਧ ਦਹਿ ਸਕੈ ਸੰਭਾਰ। ਕਹਿੰਦੇ ਇੰਦਰੀਆਂ ਦੇ ਕਮਜ਼ੋਰ ਹੋਣ ਕਾਰਨ ਮਨੁੱਖ ਆਪਣੀ ਸੁੱਧ ਬੁੱਧ ਨਹੀਂ ਸੰਭਾਲ ਸਕਦਾ। ਤੇ ਕਿਰਿਆ ਕਰਨੀ ਕਠਨ ਤਬ ਕਸ ਹਰ ਉਰਤਾਰ। ਜਦ ਦੈਨਿਕ ਸਰੀਰਕ ਕਿਰਿਆ ਕਰਨੀ ਹੀ ਕਠਨ ਹੋ ਜਾਂਦੀ ਹੈ, ਫਿਰ ਹਰੀ ਨੂੰ ਕਿੰਜ ਆਪਣੇ ਹਿਰਦੇ ਵਿੱਚ ਧਾਰ ਸਕੇਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਮਨੁੱਖ ਕਹਿੰਦੇ ਜਦੋਂ ਬੁੱਢੇ ਹੋਵਾਂਗੇ ਉਦੋਂ ਨਾਮ ਜਪਾਂਗੇ। ਮਹਾਰਾਜ ਕਹਿੰਦੇ ਉਦੋਂ ਨਾਮ ਜਪਣ ਦੀ ਆਸ ਲਾ ਕੇ ਬੈਠਾ, ਜੇ ਬਾ ਵਚਨ ਸੁਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੇ। ਉਦੋਂ ਧਰਮ ਕਮਾਉਣ ਦੀ ਆਸ ਕਰੇਗਾ ਜਦੋਂ ਰਸਨਾ 'ਚ ਤੇਰੇ ਬੋਲ ਕੁਝ ਬੋਲੇਗਾ ਤੇ ਸੁਣਾਈ ਕੁਝ ਦੇਣਗੇ, ਦੰਦ ਨਾ ਰਹੇ ਤੇਰੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਫਿਰ ਹਰੀ ਵਾਹਿਗੁਰੂ ਪ੍ਰਮਾਤਮਾ ਨੂੰ ਜਦੋਂ ਇੰਦਰੇ ਗਿਆਨ ਇੰਦਰੇ ਕਰਮ ਇੰਦਰੇ ਸਾਰੇ ਸਾਡੇ ਕਮਜ਼ੋਰ ਹੋ ਗਏ ਤੇ ਫਿਰ ਸਾਰਾ ਸਰੀਰਕ ਦੀ ਕਰਨੀ ਕਠਨ ਹੋ ਜਾਂਦੀ ਹੈ, ਘਾਲਣੀ ਕਠਨ ਹੋ ਜਾਂਦੀ। ਫਿਰ ਹਰੀ ਨੂੰ ਕਿੰਜ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ ਜਦੋਂ ਚੌਂਕੜਾ ਮਾਰਦੀ ਸਮਰੱਥਾ ਨਾ ਰਹੀ। ਹਾਂਜੀ ਜੋ ਪਈ ਕੁਛ ਰਹੇ ਤਿਨ ਕੀ ਸੁਣ ਗਿਣਤੀ। ਇਹਨੇ ਗਿਣਤੀ ਵਿੱਚ ਫਿਰ ਕੁਝ ਸਾਲ ਉਮਰ ਦੇ ਰਹਿ ਜਾਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਹਨ ਸਭ ਬਤੀਤੇ ਬਿਨ ਹਰ ਬਿਨਤੀ। ਤੇ ਉਹ ਵੀ ਹਰੀ ਦੇ ਭਜਨ ਬਗੈਰ ਹੀ ਬੀਤ ਜਾਂਦੇ ਨੇ। ਹਾਂਜੀ ਮਲ ਮੁਤਰਾਦ ਤਜਨ ਜੁਗ ਕਾਲਾ। ਫਿਰ ਕਹਿੰਦੇ ਮਲ ਮੂਤਰ ਕਰਨ ਦੀ ਵੱਡੀ ਆਯੂ ਬੀਤ ਜਾਂਦੀ, ਕਰਤ ਬਤੀਤੈ ਕਾਲ ਵਿਸਾਲਾ। ਮਲ ਮੂਤਰ ਕਰਨ ਵਿੱਚ ਹੀ ਵੱਡੀ ਆਯੂ ਬੀਤ ਜਾਂਦੀ ਹੈ ਮਨੁੱਖ ਦੀ। ਖਾਨ ਪਾਨ ਨਿਤ ਕਰਨ ਵਿਹਾਰਾ। ਖਾਣ ਪਾਨ ਦੀ ਦਾ ਨਿਤਾ ਪ੍ਰਤ ਵਿਹਾਰ ਚੱਲਦਾ ਰਹਿੰਦਾ ਹੈ। ਏਤ ਮਨੋਦ ਬਨਤਾ ਸੰਗ ਧਾਰਾ। ਫਿਰ ਇਸਤਰੀ ਦੇ ਸੰਗ ਪ੍ਰੇਮ ਆਨੰਦ ਧਾਰਨ ਕਰਦਾ ਹੈ। ਕਰਨ ਉਪਾਏ ਸੋ ਦਰਬ ਪਾਵਨ। ਧਨ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਉਪਾਅ ਕਰਦਾ ਹੈ। 100 ਸਾਲ ਦੀ ਉਮਰ ਦੀ ਮਹਾਰਾਜ ਅਵਸਥਾ ਦੱਸ ਰਹੇ ਨੇ ਕਿ ਬੰਦਾ ਕਰਦਾ ਕੀ ਹੈ 100 ਸਾਲ ਦੀ ਉਮਰ ਦੇ ਵਿੱਚ। ਹਾਂਜੀ ਅਲਜ ਅਸ਼ੁਭ ਸ਼ੁਭ ਕਰਮ ਨਿਰਲੱਜ ਸ਼ੁਭ ਅਸ਼ੁਭ ਕਰਮ ਕਰਦੇ ਹਨ। ਪਾਲਣ ਸੁਤ ਬੋ ਲਾਡ ਲਡਾਵਨ। ਆਪਣੇ ਬੱਚਿਆਂ ਨੂੰ ਪਾਲਦੇ ਹਨ ਤੇ ਬੜੇ ਲਾਡ ਲਡਾਉਂਦੇ ਹਨ। ਇਸ ਦਿਨ ਹਿਤ ਸੋ ਹੇਤ ਵਡਾਵਨ। ਦਿਨ ਰਾਤ ਮੌਲਾਨਾ ਜੀ ਦਿਨ ਰਾਤ ਲਾਡ ਪਿਆਰ ਵਧਾਈ ਜਾਂਦੇ ਆਪਣੇ ਬੱਚਿਆਂ ਦੇ ਨਾਲ। ਹਾਂਜੀ ਇਸ ਬਿਦ ਬਿਤੀ ਆਰ ਬਲ ਸਾਰੀ। ਇਸ ਢੰਗ ਨਾਲ ਸਾਰੀ ਉਮਰ ਬੀਤ ਜਾਂਦੀ ਹੈ ਮਨੁੱਖ ਦੀ। ਅੰਤ ਸਮੇਂ ਗਮਨਿਓ ਕਰ ਜਾਰੀ। ਕਹਿੰਦੇ ਕਰ ਚਾਰੀ ਹੱਥ ਝਾੜ ਕੇ ਅੰਤ ਸਮੇਂ ਛਾੜ ਚਲੇ ਦੋਉ ਕਰ ਝਾੜ ਕੇ। ਅੰਤ ਸਮੇਂ ਹੱਥ ਝਾੜ ਕੇ ਇਸ ਦੁਨੀਆ ਤੋਂ ਤੁਰ ਜਾਂਦੇ ਹਨ। ਸੱਚੇ ਪਾਤਸ਼ਾਹ ਕਹਿੰਦੇ ਹਨ ਹਾਂ ਤੇ ਮਨ ਸਮਝੋ ਅਸਰੀਤੇ। ਇਸ ਲਈ ਹੇ ਮਨ ਇਸ ਰੀਤ ਨੂੰ ਇਸ ਤਰ੍ਹਾਂ ਸਮਝੋ ਜਨਮ ਅਕਾਰਥ ਬਿਨ ਹਰ ਪ੍ਰੀਤੀ। ਹਰੀ ਪ੍ਰੀਤ ਬਗੈਰ ਜਨਮ ਅਕਾਰਥ ਹੈ। ਹੇਤ ਪਦਾਰਥ ਅਮੁੱਲ ਜੇ ਸਵਾਸਾ। ਸੰਸਾਰਕ ਪਦਾਰਥਾਂ ਨਾਲ ਪਿਆਰ ਕਰਕੇ ਅਮੁੱਲ ਸਵਾਸਾਂ ਨੂੰ ਗਵਾ ਰਿਹਾ ਹੈ। ਗਇਓ ਹਾਰ ਅਸ ਢਾਲਿਓ ਪਾਸਾ। ਕਹਿੰਦੇ ਐਸਾ ਪਾਸਾ ਸੁੱਟਿਆ ਹੈ ਕਿ ਜੀਵਨ ਹਾਰ ਕੇ ਚਲਾ ਜਾਂਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਿਦ ਪਾਸਾ ਢਾਲੋ ਵੀਰ। ਜਦੋਂ ਚੌਪੜ ਖੇਲਿਆ ਜਾਂਦਾ ਨਾ, ਚੌਪੜ ਦੀ ਇੱਥੇ ਪ੍ਰਮਾਣ ਦਿੰਦੇ ਨੇ ਕਿ ਚੌਪੜ ਦੇ ਵਿੱਚ ਪਾਸਾ ਸੁੱਟਿਆ ਜਾਂਦਾ ਹੈ ਤੇ ਚੌਪੜ ਦੇ ਪਾਸੇ ਵਾਂਗ ਸਾਰੀ ਜ਼ਿੰਦਗੀ ਐਸਾ ਪਾਸਾ ਸੁੱਟਿਆ ਜਾਂਦਾ ਹੈ, ਜੀਵਨ ਦੀ ਬਾਜੀ ਹਾਰ ਕੇ ਚਲਾ ਜਾਂਦਾ ਹੈ। ਫਿਰ ਜੁਆਰੀ ਜਦੋਂ ਚੱਲੇ ਜੁਆਰੀ ਦੋਏ ਹੱਥ ਚਾਰ। ਕਈ ਜਦੋਂ ਚੌਪੜ ਖੇਡਦੇ ਪਾਸਾ ਉਲਟਾ ਸੁੱਟਿਆ ਜਾਵੇ ਤੇ ਸਾਰਾ ਕੁਝ ਹੀ ਹਾਰ ਦਿੰਦੇ ਨੇ। ਜਿਵੇਂ ਜੂਏ ਦੇ ਵਿੱਚ ਦ੍ਰੋਪਦੀ ਤੱਕ ਹੀ ਸਾਰਾ ਆਪਣਾ ਰਾਜ ਭਾਗ ਪਾਂਡਵਾਂ ਨੇ ਹਾਰ ਦਿੱਤਾ। ਐਸਾ ਗਲਤ ਪਾਸਾ ਸੁੱਟਿਆ ਗਿਆ ਚੌਪੜ ਦਾ। ਬਾਜੀ ਖੇਡਦਿਆਂ ਸਾਰਾ ਕੁਝ ਹੀ ਹਾਰ ਗਏ। ਇੱਥੇ ਚੌਪੜ ਦੇ ਪਾਸੇ ਦਾ ਮਹਾਰਾਜ ਸੱਚੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜ਼ਿੰਦਗੀ ਦਾ ਇੱਕ ਚੌਪੜ ਖੇਲਿਆ ਜਾ ਰਿਹਾ, ਇੱਕ ਜੂਆ ਖੇਲਿਆ ਜਾ ਰਿਹਾ ਹੈ ਤੇ ਇਸ ਜੂਏਬਾਜੀ ਦੇ ਵਿੱਚ ਐਸਾ ਪਾਸਾ ਗਲਤ ਸੁੱਟ ਲੈਂਦਾ ਹੈ ਮਨੁੱਖ ਤੇ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ ਸੰਸਾਰ ਤੋਂ। ਹਾਂਜੀ ਜਬ ਇਸਕੇ ਔਰ ਸਮਝ ਸੁਆਵੇ। ਜਦ ਇਸ ਦੇ ਹਿਰਦੇ ਵਿੱਚ ਸੋਝੀ ਆਉਂਦੀ ਹੈ। ਹਾਂਜੀ ਤਬ ਮਨ ਵਿਸ਼ਿਆਂ ਤੇ ਉਲਟਾਵੇ। ਤਾਦੇ ਵਿਸ਼ਿਆਂ ਦੀ ਮੈਲ ਵਿੱਚ ਉਲਝ ਜਾਂਦਾ ਹੈ। ਕਰੇ ਬੰਦਗੀ ਪੇਸ਼ ਖੁਦਾਏ। ਇੱਕ ਮਨੁੱਖ ਨੂੰ ਖੁਦਾ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਜੋ ਮੈਂ ਤੁਮ ਸੋ ਕਹੋ ਸੁਨਾਏ। ਆਖਿਆ ਹੁਣ ਮੈਂ ਤੁਹਾਨੂੰ ਕਹਿ ਕੇ ਸਮਝਾਉਂਦਾ ਹਾਂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ
ਇੱਕ ਖੁਦਾ ਦੀ ਬੰਦਗੀ ਕਿਵੇਂ ਕਰਨੀ ਚਾਹੀਦੀ ਹੈ। ਸ਼੍ਰੀ ਮੁਖ ਵਾਕ ਅਗਲਾ ਪਦਾ ਮਹਾਰਾਜ ਉਚਾਰਦੇ ਹਨ ਤਲੰਗ ਰਾਗ ਦਾ। ਜਕ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾ। ਮੈਂ ਤੇਰੇ ਸਾਹਮਣੇ ਇੱਕ ਬੇਨਤੀ ਉਚਾਰਨ ਕਰਦਾ, ਬੰਦਗੀ ਕਿਵੇਂ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ। ਕਰੇ ਬੰਦਗੀ ਪੇਸ਼ ਖੁਦਾਏ। ਖੁਦਾ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਜਿਉ ਮੈਂ ਤੁਮ ਸੋ ਕਹੋ ਸੁਨਾਏ। ਜਕ ਅਰਜ਼ ਗੁਪਤਮ ਪੇਸ਼ ਤੋ ਦਰਗੋਸ ਕੁਨ ਕਰਤਾਰ। ਮੈਂ ਤੇਰੇ ਸਾਹਮਣੇ ਇੱਕ ਬੇਨਤੀ ਉਚਾਰਨ ਕਰਦਾ ਹੈ ਮੇਰੇ ਸਿਰਜਣਹਾਰ। ਹਕਾ ਕਬੀਰ ਕਰੀਬ ਤੂੰ ਬੇਅਬ ਪਰਬਤਗਾਰ। ਹਕਾ ਕਬੀਰ ਕਰੀਮ ਤੂੰ ਬੇਅਬ ਪਰਬਤਗਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਾਰਸੀ ਸੁਣਾ ਰਹੇ ਨੇ ਉਸ ਮਲਾਣੇ ਨੂੰ, ਜਿਹੜਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਫਾਰਸੀ ਪੜ੍ਹਾ ਰਿਹਾ ਸੀ। ਸਭ ਤੋਂ ਕਠਿਨ ਬਾਣੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਤਲੰਗ ਰਾਗ ਜਿੱਥੋਂ ਆਰੰਭ ਹੁੰਦਾ ਹੈ। ਜਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੈ ਪਰਗ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਮਮ ਸਰ ਮੁਏ ਇਜ਼ਰਾਈਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਸਭ ਤੋਂ ਕਠਿਨ ਬਾਣੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਹੈ। ਆਖਿਆ ਹੇ ਮੇਰੇ ਸਿਰਜਣਹਾਰ, ਤੂੰ ਮੇਰੀ ਇਸ ਬੇਨਤੀ ਨੂੰ ਸੁਣ ਤੇ ਤੂੰ ਸੱਚਾ ਵੱਡਾ ਦਿਆਲੂ ਤੇ ਪਾਪ ਰਹਿਤ ਪਾਲਣ ਯੋਗ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਸ਼ਬਦ ਦੇ ਆਪਾਂ ਅਰਥ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਸੰਗ ਅੰਦਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਡੀ ਝੋਲੀ ਪਾਏ ਨੇ, ਕਿਵੇਂ ਉਸ ਮੌਲਾਣੇ ਦਾ ਉਧਾਰ ਕਰਦੇ ਨੇ। ਕੱਲ੍ਹ ਦੇ ਸਮੇਂ ਅੰਦਰ ਸਾਰੇ ਮਿਲ ਬੈਠ ਕਰਕੇ ਵਿਚਾਰਾਂਗੇ। ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ ਜਿਹੜੇ ਬੜੇ ਪਿਆਰ ਸਤਿਕਾਰ ਸਹਿਤ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਮਰ ਕਥਾ ਸੁਣਦੇ ਹੋ। ਵੱਡਾ ਉਪਰਾਲਾ ਹੈ ਭਾਈ ਦੀਨ ਸਿੰਘ ਜੀ ਦਾ ਅਤੇ ਉਹਨਾਂ ਦੇ ਸਹਿਯੋਗੀਆਂ ਦਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦਾਂਗਰ ਬਾਬਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਘਰ ਘਰ ਹੋ ਰਹੀ ਹੈ, ਹਰ ਹਿਰਦੇ ਘਰ ਵਿੱਚ ਵੀ ਹੋਣੀ ਚਾਹੀਦੀ ਹੈ। ਤਾਂ ਆਪਾਂ ਕੱਲ੍ਹ ਦੇ ਸਮੇਂ ਪ੍ਰਸੰਗ ਇਹ ਸਾਰਾ ਇੱਥੋਂ ਵਾਚਾਂਗੇ।